श्री अकाल, तुसीं देख रहे हो साझा टीवी। मैं हाँ तुहाडे नाल अर्शदीप। मैनूं समझ ही नहीं आ रही कि हो की रहा है। रसोई का समान महंगा हो रहा है, सब्जियां, दालां, गैस सिलेंडर, मसाले सब महंगा हो रहा है। असीं की खाईए? घर भी किन्ने महंगे है, किवें रहीए? मैं सुनिया कि पिछले 30 सालों के दौरान महंगाई सब तो उतले पद्धर ते पहुंच गई है। जी हाँ, जनवरी महीने के दौरान कैनेडा विच महंगाई दर 5.1% हो गई है। 1991 तो बाद महंगाई ने एक बार फिर तो रिकॉर्ड तोड़ दिता है। स्टैटिस्टिक्स कैनेडा ने रिपोर्ट जारी की है कि जेकर भोजन ਅਤੇ ਊਰਜਾ ਵਰਗੀਆਂ ਅਸਥਿਰ ਵਸਤੂਆਂ ਨੂੰ ਬਾਹਰ ਰੱਖਿਆ ਜਾਵੇ ਤਾਂ ਇਹ ਦਰ 4.3% ਤੱਕ ਵਧੀ ਹੈ। ਇਹ ਕਰਨ ਦੇ ਬਾਵਜੂਦ ਵੀ ਇਹ ਅੰਕੜਾ 1999 ਤੋਂ ਵੱਧ ਹੈ। 1999 ਤੱਕ ਜਿੰਨੀ ਮਹਿੰਗਾਈ ਸੀ ਉਸ ਤੋਂ ਵੀ ਵੱਧ ਦਾ ਅੰਕੜਾ ਸ਼ਾਮਿਲ ਕੀਤਾ ਗਿਆ। ਭੋਜਨ ਪਦਾਰਥਾਂ ਦੀਆਂ ਕੀਮਤਾਂ ਲਗਾਤਾਰ ਵਧੀਆਂ ਨੇ ਤੇ ਇਹਨਾਂ ਵਿੱਚ 6.5 ਗੁਣਾ ਦਾ ਵਾਧਾ ਦੇਖਣ ਨੂੰ ਮਿਲਿਆ। ਤੁਸੀਂ ਹਿਸਾਬ ਲਾਓ, 6.5 ਗੁਣਾ ਵਾਧਾ। ਗਾਹਕਾਂ ਨੂੰ ਉਹਨਾਂ ਦੇ ਨਜ਼ਦੀਕ ਸਸਤੇ ਰੇਟਾਂ ਤੇ ਮਿਲਣ ਵਾਲੇ ਸਮਾਨ ਦੇ ਸਟੋਰਾਂ ਬਾਰੇ ਜਾਣਕਾਰੀ ਦੇਣ ਵਾਲੀ ਐਪ ਟੂ ਗੁੱਡ ਟੂ ਗੋ ਦੀ ਮੈਨੇਜਰ ਹੈ, ਉਹਨੇ ਮਹਿੰਗਾਈ ਦੀ ਵੱਧਦੀ ਦਰ ਤੋਂ ਚਿੰਤਾ ਪ੍ਰਗਟ ਕੀਤੀ ਹੈ। ਇਹ ਸੇਵਾ ਸਿਰਫ ਪਿਛਲੀਆਂ ਗਰਮੀਆਂ ਵਿੱਚ ਕੈਨੇਡਾ ਵਿੱਚ ਸ਼ੁਰੂ ਕੀਤੀ ਗਈ ਸੀ ਅਤੇ 2 ਲੱਖ ਦੇ ਕਰੀਬ ਗ੍ਰਾਹਕ ਇਸ ਦੀ ਵਰਤੋਂ ਕਰਦੇ ਹਨ। ਹੁਣ ਉਸ ਦੇ ਮੁਤਾਬਿਕ ਇਹ ਅੰਕੜੇ ਦੱਸਦੇ ਆ ਕਿ ਖਪਤਕਾਰ ਇਸ ਵੇਲੇ ਭੋਜਨ ਦੀਆਂ ਕੀਮਤਾਂ ਵਿੱਚ ਵਾਧੇ ਪ੍ਰਤੀ ਕਿੰਨੇ ਜਾਗਰੂਕ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਲਗਭਗ ਹਰ ਚੀਜ਼ ਲਗਭਗ ਤੁਰੰਤ ਵਿਕ ਜਾਂਦੀ ਹੈ। ਕੈਨੇਡਾ ਵਿੱਚ ਸਿਰਫ ਭੋਜਨ ਹੀ ਮਹਿੰਗਾ ਨਹੀਂ ਹੋਇਆ, ਮਕਾਨਾਂ ਦੀਆਂ ਕੀਮਤਾਂ ਵਿੱਚ ਵੀ 6.2% ਦਾ ਵਾਧਾ ਦੇਖਣ ਨੂੰ ਮਿਲਿਆ ਤੇ ਇਹ 1990 ਤੋਂ ਬਾਅਦ ਸਭ ਤੋਂ ਜ਼ਿਆਦਾ ਤੇਜ਼ ਕੀਤਾ ਗਿਆ, ਵਾਧਾ ਦਰਜ ਕੀਤਾ ਗਿਆ। ਹੁਣ ਤੇਲ ਦੀ ਗੱਲ ਕਰੀਏ ਤਾਂ ਗੈਸ ਦੀ ਗੱਲ ਕਰੀਏ, ਤੇਲ ਦੀ ਗੱਲ ਕਰੀਏ, ਤੇਲ ਦੀਆਂ ਪ੍ਰਾਈਸਿਸ ਵੀ ਵਧੀਆਂ ਹੋਈਆਂ ਨੇ। ਜਨਵਰੀ ਮਹੀਨੇ ਦੇ ਦੌਰਾਨ ਤੇਲ ਦੀਆਂ ਕੀਮਤਾਂ ਦੇ ਵਿੱਚ 4.8% ਦਾ ਵਾਧਾ ਹੋਇਆ ਤੇ ਹੁਣ ਇਹ ਪਿਛਲੇ ਸਾਲ ਦੇ ਮੁਕਾਬਲੇ 31% ਵੱਧ ਹੈ। ਤੇਲ ਤੇ ਆਵਾਜਾਈ ਵਰਗੀਆਂ ਚੀਜ਼ਾਂ ਕਾਰੋਬਾਰਾਂ ਨੂੰ ਵੀ ਪ੍ਰਭਾਵਿਤ ਕਰਦੀਆਂ ਤੇ ਇਹ ਵਾਧਾ ਆਖਿਰਕਾਰ ਗਾਹਕ ਤੇ ਹੀ ਪੈਂਦਾ ਹੈ। ਮੌਂਟਰੀਅਲ ਸ਼ਹਿਰ ਵਿੱਚ ਆਪਣੇ ਸਟੋਰ ਰਾਹੀਂ 100 ਤੋਂ ਵਧੇਰੇ ਕਾਰੀਗਰਾਂ ਦਾ ਸਮਾਨ ਵੇਚਣ ਵਾਲੀ ਕੈਂਡੀ ਮੈਸਕੋਵਾ ਦਾ ਕਹਿਣਾ ਹੈ ਕਿ ਕਾਰੀਗਰ ਵੀ ਮਹਿੰਗਾਈ ਤੋਂ ਪ੍ਰਭਾਵਿਤ ਹੋ ਰਹੇ ਆ, ਕਿਉਂਕਿ ਫੈਬਰਿਕ ਅਕਸਰ ਵਿਦੇਸ਼ਾਂ ਤੋਂ ਆਯਾਤ ਕੀਤੇ ਜਾਂਦੇ ਤੇ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਾਰੀਗਰਾਂ ਦੀਆਂ ਲਾਗਤਾਂ ਵਿੱਚ ਵਾਧਾ ਹੋ ਰਿਹਾ ਹੈ, ਜਿਸ ਕਰਕੇ ਉਹਨਾਂ ਨੂੰ ਆਪਣੇ ਸਮਾਨ ਦੀਆਂ ਕੀਮਤਾਂ ਵਧਾਉਣੀਆਂ ਪੈ ਰਹੀਆਂ ਨੇ। ਅਰਥ ਸ਼ਾਸਤਰੀ ਨੇ ਇੱਕ ਉਹਨਾਂ ਦਾ ਕਹਿਣਾ ਹੈ ਕਿ ਉਤਪਾਦਨ ਲਾਗਤਾਂ ਦਾ ਵਧਣਾ ਮਹਿੰਗਾਈ ਨੂੰ ਹੋਰ ਵਧਾਉਂਦਾ ਤੇ ਗੈਸ ਦੀਆਂ ਕੀਮਤਾਂ ਘਟਣ ਦੇ ਕੋਈ ਸੰਕੇਤ ਦਿਸ ਨਹੀਂ ਰਹੇ। ਉਹਨਾਂ ਨੇ ਕਿਹਾ ਕਿ ਗੈਸ ਦੀਆਂ ਕੀਮਤਾਂ ਲਗਾਤਾਰ ਵਧਣ ਦੇ ਨਾਲ ਮਹਿੰਗਾਈ ਵੀ ਵਧੇਗੀ ਤੇ ਅਪ੍ਰੈਲ ਤੋਂ ਪਹਿਲਾਂ ਇਸ ਦੇ ਘੱਟ ਹੋਣ ਦੇ ਕੋਈ ਸੰਕੇਤ ਨਹੀਂ ਹਨ। ਕੈਨੇਡਾ ਇਕੱਲਾ ਅਜਿਹਾ ਦੇਸ਼ ਨਹੀਂ ਹੈ ਜੋ ਵੱਧ ਰਹੀ ਮਹਿੰਗਾਈ ਦੇ ਨਾਲ ਜੂਝ ਰਿਹਾ ਹੈ। ਮਹਾਮਾਰੀ ਦੇ ਕਾਰਨ ਸਪਲਾਈ ਚੇਨ ਅਸੰਤੁਲਨ ਦੇ ਨਾਲ ਮਹਿੰਗਾਈ ਵਧੀ ਹੈ। ਯੂਐਸ ਦੀ ਮਹਿੰਗਾਈ ਦਰ ਜਨਵਰੀ ਵਿੱਚ 7.5% ਤੇ ਪਹੁੰਚ ਗਈ ਸੀ, ਜੋ ਕਿ 40 ਸਾਲਾਂ ਦੇ ਵਿੱਚ ਸਭ ਤੋਂ ਉੱਚਾ ਪੱਧਰ ਰਿਕਾਰਡ ਕੀਤਾ ਗਿਆ ਸੀ। ਹੁਣ ਮਹਿੰਗੇ ਤੇਲ, ਮਹਿੰਗੇ ਭੋਜਨ ਦੀ ਗੱਲ ਕਰ ਰਹੇ ਹਾਂ ਤੇ ਨਾਲ-ਨਾਲ ਮਹਿੰਗੇ ਘਰਾਂ ਦੀ ਵੀ ਗੱਲ ਕਰ ਲਈਏ ਤਾਂ ਮਹਿੰਗਾਈ ਦੇ ਜ਼ਮਾਨੇ ਵਿੱਚ ਘਰਾਂ ਦੀ ਮਾਰਕੀਟ ਨੂੰ ਤਾਂ ਜਿਵੇਂ ਅੱਗ ਹੀ ਲੱਗ ਗਈ ਹੈ। ਸਰਦੀ ਦੇ ਮੌਸਮ ਵਿੱਚ ਵੀ ਕੈਨੇਡਾ ਦੀ ਹਾਊਸਿੰਗ ਮਾਰਕੀਟ ਲਗਾਤਾਰ ਗਰਮ ਹੋ ਰਹੀ ਹੈ। ਆਏ ਨਵੇਂ ਅੰਕੜਿਆਂ ਦੇ ਮੁਤਾਬਿਕ ਪਿਛਲੇ ਸਾਲ ਦੇ ਮੁਕਾਬਲੇ ਘਰਾਂ ਦੀਆਂ ਕੀਮਤਾਂ ਵਿੱਚ 21% ਦਾ ਵਾਧਾ ਦਰਜ ਹੋਇਆ ਤੇ ਘਰ ਦੀ ਔਸਤਨ ਕੀਮਤ ਵੱਧ ਕੇ $7,48,450 ਤੱਕ ਪਹੁੰਚ ਗਈ ਹੈ। ਜਿਹੜਾ ਘਰ 2000 ਦੇ ਵਿੱਚ ਸਨ 2001 ਦੇ ਵਿੱਚ 2 ਲੱਖ 3 ਲੱਖ ਦਾ ਹੋਇਆ ਕਰਦਾ ਸੀ, ਉਹ ਘਰ ਹੁਣ ਵੱਧ ਕੇ ਮਿਲੀਅਨ ਤੋਂ ਉੱਤੇ ਹੋ ਗਿਆ ਤੇ ਔਸਤ ਕੀਮਤ ਛੋਟੇ ਤੋਂ ਛੋਟੇ ਘਰ ਦੀ ਕੀਮਤ $7,48,450 ਹੋ ਗਈ ਹੈ। ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ, ਜੋ ਕਿ ਦੇਸ਼ ਭਰ ਵਿੱਚ 1 ਲੱਖ ਤੋਂ ਵੱਧ ਰੀਅਲਟਰਸ ਦੀ ਨੁਮਾਇੰਦਗੀ ਕਰਦੀ ਹੈ, ਉਹਨੇ ਕਿਹਾ ਕਿ ਮਾਲ ਦੀ ਘਾਟ ਕਾਰਨ ਵੇਚੇ ਜਾ ਰਹੇ ਘਰਾਂ ਦੀ ਗਿਣਤੀ ਘਟ ਗਈ ਹੈ, ਪਰ ਕੀਮਤਾਂ ਲਗਾਤਾਰ ਵਧ ਰਹੀਆਂ ਨੇ। ਕੋਵਿਡ-19 ਮਹਾਮਾਰੀ ਦੇ ਬਾਅਦ ਵੀ ਕੈਨੇਡਾ ਦੀ ਹਾਊਸਿੰਗ ਮਾਰਕੀਟ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ, ਕਿਉਂਕਿ ਖਰੀਦਦਾਰਾਂ ਨੇ ਵੱਡੇ ਤੇ ਵਧੇਰੇ ਮਹਿੰਗੇ ਘਰ ਖਰੀਦਣ ਦੇ ਲਈ ਰਿਕਾਰਡ ਘੱਟ ਵਿਆਜ ਦਰਾਂ ਦਾ ਲਾਭ ਲਿਆ। ਆਮ ਤੌਰ ਤੇ ਹਾਊਸਿੰਗ ਮਾਰਕੀਟ ਸਪ੍ਰਿੰਗ ਸੀਜ਼ਨ ਵਿੱਚ ਆਪਣੇ ਸਿਖਰ ਤੇ ਹੁੰਦੀ ਹੈ ਤੇ ਫਿਰ ਗਰਮੀਆਂ ਵਿੱਚ ਘਰਾਂ ਦੀ ਵਿਕਰੀ ਘਟਣ ਲੱਗਦੀ ਹੈ ਤੇ ਇਸੇ ਰੁਝਾਨ ਦੇ ਨਾਲ ਫਾਲ ਤੇ ਸਰਦੀਆਂ ਆਉਂਦੇ ਇਹ ਕਾਫੀ ਘਟ ਜਾਂਦੀ ਹੈ, ਪਰ ਸਪ੍ਰਿੰਗ ਦੇ ਵਿੱਚ ਵਿਕਰੀ ਮੁੜ ਤੇਜ਼ ਹੋ ਜਾਂਦੀ ਹੈ। ਪਰ ਕੋਵਿਡ-19 ਨੇ ਉਹਨਾਂ ਮੌਸਮੀ ਰੁਝਾਨਾਂ ਨੂੰ ਹੁਣ ਖਤਮ ਕਰ ਦਿੱਤਾ ਹੈ। ਐਸੋਸੀਏਸ਼ਨ ਦੇ ਅਨੁਸਾਰ ਜਨਵਰੀ 2021 ਘਰਾਂ ਦੀ ਵਿਕਰੀ ਦੇ ਹਿਸਾਬ ਨਾਲ ਸਭ ਤੋਂ ਵਿਅਸਤ ਮਹੀਨਾ ਸੀ। ਐਸੋਸੀਏਸ਼ਨ ਦੇ ਮੁਤਾਬਿਕ ਔਸਤ ਵਿਕਰੀ ਕੀਮਤ ਗੁੰਮਰਾਹਕੁਨ ਹੋ ਸਕਦੀ ਹੈ, ਕਿਉਂਕਿ ਟੋਰਾਂਟੋ ਤੇ ਵੈਨਕੂਵਰ ਵਰਗੇ ਵੱਡੇ ਤੇ ਮਹਿੰਗੇ ਬਾਜ਼ਾਰਾਂ ਦੇ ਵਿੱਚ ਵਿਕਰੀ ਦੁਆਰਾ ਇਸ ਨੂੰ ਘਟਾਇਆ ਜਾ ਸਕਦਾ ਹੈ।
ਇਸ ਦੇ ਲਈ ਰੀਅਲਟਰ ਗਰੁੱਪ ਇੱਕ ਦੂਜੇ ਨੂੰ ਅੰਕੜੇ ਪੇਸ਼ ਕਰਦਾ ਹੈ ਜਿਸ ਨੂੰ ਹਾਊਸ ਪ੍ਰਾਈਸ ਇੰਡੈਕਸ ਯਾਨੀ ਕਿ HPI ਦੇ ਵਜੋਂ ਜਾਣਿਆ ਜਾਂਦਾ ਹੈ। ਹਾਊਸ ਪ੍ਰਾਈਸ ਇੰਡੈਕਸ ਘਰਾਂ ਦੀ ਵਿਕਰੀ ਦੀ ਤਾਦਾਦ ਨੂੰ ਘਰ ਦੀ ਕਿਸਮ ਦੇ ਅਨੁਕੂਲ ਦਰਜ ਕਰਦਾ ਹੈ ਜਿਸ ਨਾਲ ਮਾਰਕੀਟ ਦਾ ਬਿਹਤਰ ਅਕਸ ਸਾਹਮਣੇ ਆਉਂਦਾ ਹੈ। ਦੂਜੇ ਪਾਸੇ ਫੈਡਰਲ ਕੰਜ਼ਰਵੇਟਿਵਸ ਦੀ ਗੱਲ ਕਰੀਏ, ਕੈਨੇਡਾ ਵਿੱਚ ਘਰਾਂ ਦੀਆਂ ਅਸਮਾਨ ਛੂੰਹੀਆਂ ਕੀਮਤਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਤੇ ਫੈਡਰਲ ਕੰਜ਼ਰਵੇਟਿਵਸ ਇਸ ਸਥਿਤੀ ਨੂੰ ਇੱਕ ਹਾਊਸਿੰਗ ਸੰਕਟ ਦੀ ਸਥਿਤੀ ਵੀ ਗਰਦਾਨ ਰਹੇ ਨੇ। ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਨੇ ਪਿਛਲੇ ਰਿਕਾਰਡ ਤੋੜ ਕੇ ਰੱਖ ਦਿੱਤੇ ਨੇ, ਪਰ ਕੁਝ ਮਾਹਿਰਾਂ ਨੇ ਕਿਹਾ ਕਿ ਘਰਾਂ ਦੀਆਂ ਕੀਮਤਾਂ ਨੂੰ ਮੌਜੂਦਾ ਮਹਿੰਗਾਈ ਨਾਲ ਜੋੜ ਕੇ ਦੇਖਣ ਦੇ ਨਾਲ ਘਰਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਵਾਲੇ ਹੋਰ ਅਹਿਮ ਕਾਰਕ ਨਜ਼ਰ ਅੰਦਾਜ਼ ਹੋ ਜਾਂਦੇ ਹਨ। ਰਾਇਰਸਨ ਯੂਨੀਵਰਸਿਟੀ ਦੇ ਵਿੱਚ ਰੀਅਲ ਅਸਟੇਟ ਮੈਨੇਜਮੈਂਟ ਦੇ ਪ੍ਰੋਫੈਸਰ ਉਹਨਾਂ ਨੇ ਕਿਹਾ ਕਿ ਇਹ ਮੁੱਦੇ ਮਹਿੰਗਾਈ ਜਾਂ ਮਹਿੰਗਾਈ ਦੇ ਖਦਸ਼ਿਆਂ ਤੋਂ ਵੀ ਪਹਿਲਾਂ ਦੇ ਮੌਜੂਦ ਨੇ। ਅਜਿਹਾ ਸੋਚਣਾ ਗਲਤੀ ਹੋਵੇਗੀ ਕਿ ਮਹਿੰਗਾਈ ਦਾ ਮਸਲਾ ਹੱਲ ਕਰਕੇ ਹਾਊਸਿੰਗ ਦਾ ਮਸਲਾ ਵੀ ਹੱਲ ਕਰ ਲਿਆ ਜਾਵੇਗਾ। ਹਾਊਸ ਆਫ ਕਾਮਨਸ ਦੀ ਵਿਸ਼ੇਸ਼ ਪਾਰਲੀਮੈਂਟਰੀ ਕਮੇਟੀ ਕੈਨੇਡੀਅਨ ਅਰਥਚਾਰੇ ਤੇ ਮਹਿੰਗਾਈ ਦੇ ਪ੍ਰਭਾਵ ਦਾ ਅਧਿਐਨ ਕਰ ਰਹੀ ਹੈ। ਜਨਵਰੀ ਦੇ ਵਿੱਚ ਸ਼ੁਰੂ ਹੋਈ ਇਸ ਕਮੇਟੀ ਵਿੱਚ ਘਰਾਂ ਦੀਆਂ ਕੀਮਤਾਂ ਤੇ ਤਫਸੀਲੀ ਚਰਚਾ ਹੋਈ, ਪਰ ਇਸ ਮੀਟਿੰਗ ਵਿੱਚ ਸ਼ਾਮਿਲ ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਮਹਿੰਗਾਈ ਅਤੇ ਘਰਾਂ ਦੀਆਂ ਕੀਮਤਾਂ ਕਾਫੀ ਹੱਦ ਤੱਕ ਵੱਖਰੇ ਮੁੱਦੇ ਹਨ ਅਤੇ ਇਹਨਾਂ ਨੂੰ ਆਪਸ ਵਿੱਚ ਰਲਾਉਣਾ ਬਹੁਤਾ ਉਚਿਤ ਨਹੀਂ ਹੈ। ਨੈਸ਼ਨਲ ਰਾਈਟ ਟੂ ਹਾਊਸਿੰਗ ਨੈਟਵਰਕ ਦੀ ਮੈਨੇਜਰ ਨੇ ਕਿਹਾ, ਮੈਂ ਨਹੀਂ ਸੋਚਦੀ ਕਿ ਇਸ ਨੂੰ ਸਿਰਫ ਇੱਕ ਮਹਿੰਗਾਈ ਦੀ ਸਮੱਸਿਆ ਕਿਹਾ ਜਾ ਸਕਦਾ ਹੈ। ਮਾਰਚ 2020 ਤੋਂ ਨਵੰਬਰ 2021 ਦੇ ਦਰਮਿਆਨ ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ 33% ਤੱਕ ਵਧੀਆਂ ਇੱਕੋ ਸਾਲ ਦੇ ਵਿੱਚ, ਤੇ ਕੰਜ਼ਰਵੇਟਿਵਸ ਨੇ ਲਿਬਰਲ ਸਰਕਾਰ ਤੇ ਇਸ ਦਾ ਇਲਜ਼ਾਮ ਮੜਦਿਆਂ ਕਿਹਾ ਕਿ ਮਹਾਮਾਰੀ ਦੇ ਦੌਰਾਨ ਲਾਪਰਵਾਹੀ ਨਾਲ ਕੀਤੇ ਸਰਕਾਰੀ ਖਰਚੇ ਇਸ ਵਰਤਾਰੇ ਦੇ ਲਈ ਜ਼ਿੰਮੇਵਾਰ ਨੇ। ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਦੇ ਮੁਤਾਬਿਕ ਦਸੰਬਰ 2021 ਵਿੱਚ ਕੈਨੇਡਾ ਵਿੱਚ ਇੱਕ ਔਸਤ ਘਰ ਦੀ ਕੀਮਤ $7,13,500 ਦਰਜ ਹੋਈ ਸੀ। ਕੰਜ਼ਰਵੇਟਿਵ ਫਾਈਨੈਂਸ ਕ੍ਰਿਟਿਕ ਪੀਰੇ ਪੋਲੀਵਰ ਨੇ ਦੱਸਿਆ ਕਿ ਸਰਕਾਰ ਵੱਲੋਂ ਕੈਨੇਡੀਅਨ ਇਕਨੋਮੀ ਦੇ ਵਿੱਚ ਤਕਰੀਬਨ $400 ਬਿਲੀਅਨ ਸੁੱਟਿਆ ਜਾਣਾ ਘਰਾਂ ਦੀਆਂ ਕੀਮਤਾਂ ਵਧਾਉਣ ਦਾ ਵੱਡਾ ਕਾਰਨ ਰਿਹਾ ਹੈ, ਕਿਉਂਕਿ ਇਸ ਰਾਸ਼ੀ ਵਿੱਚੋਂ ਜ਼ਿਆਦਾਤਰ ਦਾ ਇਸਤੇਮਾਲ ਮਾਰਗੇजेस ਦੇ ਲਈ ਹੋਇਆ ਹੈ। ਉਹਨਾਂ ਕਿਹਾ ਕਿ ਜ਼ਿਆਦਾ ਪੈਸੇ ਤੇ ਵਸਤਾਂ ਦੀ ਘੱਟ ਉਪਲਬਧਤਾ ਦਾ ਮਤਲਬ ਮਹਿੰਗਾਈ ਹੁੰਦਾ ਹੈ ਅਤੇ ਘਰਾਂ ਦੇ ਮਾਮਲੇ ਵਿੱਚ ਵੀ ਇਹੋ ਹੋਇਆ। ਪੋਲੀਵਰ ਨੇ ਕਿਹਾ ਕਿ ਜੇ ਸਰਕਾਰ ਦੀਆਂ ਨੀਤੀਆਂ ਵਿੱਚ ਤਬਦੀਲੀ ਨਾ ਕੀਤੀ ਗਈ ਤਾਂ ਕੈਨੇਡਾ ਦਾ ਹਾਊਸਿੰਗ ਬਬਲ ਕਦੇ ਵੀ ਫਟ ਸਕਦਾ ਹੈ। Hold on to your wallets, folks. Breaking news today. Stats Canada reports that inflation has accelerated yet again to 5.1%. That's another 30-year high. The news follows after the Trudeau government has added about $500 billion of new debt through its reckless spending. All of that money is chasing fewer goods, which is bidding up prices. More money chasing fewer goods always does that. And now Canadians are paying more for food, fuel, and housing. Today's news follows yesterday's from the Canadian Real Estate Association, which calculated that the typical home in Canada now costs $836,000, up 25 grand in just 1 month. That's just inflation. Our Prime Minister is responsible for this. He's directed our central bank to create over $350 billion of new cash out of thin air, money printing, which always leads to inflation. On top of that, he's piled on taxes that increase costs but also drive down production. So that reduces supply, increases demand, and results in higher costs for the end consumer. Inflation is now rising more than twice as fast as wages, which means Canadians are experiencing a real pay cut. Your paycheck buys less. We have to turn this around. We have to unleash the free enterprise system to create, instead of creating more cash, to create more of what cash buys. Grow more nutritious food, build more houses, and produce more affordable and clean Canadian energy. In other words, make more, spend less, with paychecks, not debt. Now let's get busy making Canada the freest country in the world so you can take back control of your life
That's what's going to happen when I'm your prime minister. ਇੱਕ ਈਮੇਲ ਦੇ ਵਿੱਚ ਫਾਈਨੈਂਸ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਦੇ ਬੁਲਾਰੇ ਨੇ ਘਰਾਂ ਦੀਆਂ ਕੀਮਤਾਂ ਵਿੱਚ ਵਾਧੇ ਦਾ ਮਹਿੰਗਾਈ ਦੇ ਨਤੀਜੇ ਵਜੋਂ ਵਰਣਨ ਨਹੀਂ ਕੀਤਾ। ਕਿਫਾਇਤੀ ਘਰ ਫੈਡਰਲ ਸਰਕਾਰ ਦੀ ਅਹਿਮ ਤਰਜੀਹ ਹੈ ਤੇ ਉਹਨਾਂ ਕਿਹਾ ਕਿ ਅਸੀਂ ਪਹਿਲਾਂ ਵੀ ਇਹ ਕਹਿ ਚੁੱਕੇ ਹਾਂ ਕਿ ਅਸੀਂ ਆਉਂਦੇ ਬਜਟ ਵਿੱਚ ਅਗਲੇਰੀ ਕਾਰਵਾਈ ਕਰਾਂਗੇ। ਉਹਨਾਂ ਕਿਹਾ ਕਿ ਬੈਂਕ ਆਫ ਕੈਨੇਡਾ ਵੀ ਕੀਮਤਾਂ ਦੀ ਸਥਿਰਤਾ ਤੇ ਮਹਿੰਗਾਈ ਤੇ ਫੋਕਸ ਕਰ ਰਿਹਾ ਹੈ। ਹੁਣ ਬੈਂਕ ਆਫ ਕੈਨੇਡਾ ਦੇ ਵੱਲੋਂ ਆਪਣੀਆਂ ਵਿਆਜ ਦਰਾਂ ਪਹਿਲਾਂ ਜਿੰਨੀਆਂ ਹੀ ਰੱਖੀਆਂ ਗਈਆਂ, ਇਹਨਾਂ ਵਿੱਚ ਕੋਈ ਵੀ ਵਾਧਾ ਦਰਜ ਨਹੀਂ ਕੀਤਾ ਗਿਆ। ਬੈਂਕ ਨੇ ਚੇਤਾਵਨੀ ਦਿੱਤੀ ਕਿ ਮਹਾਮਾਰੀ ਦੀ ਚੌਥੀ ਵੇਵ ਕਾਰਨ ਅਤੇ ਸਪਲਾਈ ਵਿੱਚ ਵਿਘਨ ਪੈਣ ਨਾਲ ਆਰਥਿਕ ਰਿਕਵਰੀ ਵਿੱਚ ਅੜਿੱਕਾ ਪੈ ਸਕਦਾ ਹੈ। ਬੈਂਕ ਵੱਲੋਂ ਆਪਣੀਆਂ ਵਿਆਜ ਦਰਾਂ 0.25% ਉੱਤੇ ਰੱਖਣ ਦਾ ਫੈਸਲਾ ਕੀਤਾ ਗਿਆ ਤੇ ਬੈਂਕ ਨੇ ਆਪਣੇ ਫੈਸਲੇ ਵਿੱਚ ਆਖਿਆ ਕਿ ਹਾਲ ਦੀ ਘੜੀ ਰਿਕਵਰੀ ਜਾਰੀ ਹੈ, ਜਿਸ ਲਈ ਮੁਦਰਾ ਸੰਬੰਧੀ ਵਿਲੱਖਣ ਨੀਤੀ ਦੀ ਲੋੜ ਹੈ। ਇਸ ਤੋਂ ਪਹਿਲਾਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅਰਥਸ਼ਾਸਤਰੀਆਂ ਨੂੰ ਉਮੀਦ ਸੀ ਕਿ ਬੈਂਕ ਆਪਣੀਆਂ ਵਿਆਜ ਦਰਾਂ ਪਹਿਲਾਂ ਵਾਂਗ ਹੀ 0.25% ਉੱਤੇ ਹੀ ਰਹਿਣ ਦੇਵੇਗਾ, ਪਰ ਹੁਣ ਇਹ ਵੀ ਕਿਆਸ ਰਾਈਆਂ ਲੱਗ ਰਹੀਆਂ ਨੇ ਕਿ ਸ਼ਾਇਦ ਇਸ ਸਾਲ ਦੇ ਅੰਤ ਤੱਕ ਬੈਂਕ ਦੀਆਂ ਵਿਆਜ ਦਰਾਂ 2% ਤੱਕ ਪਹੁੰਚ ਰਹੀਆਂ ਨੇ। With the labor market already tight and wages rising, productivity growth is vital to economic growth and to increasing wages without raising labor costs. In our forecast, productivity growth in Canada closes in but remains below US productivity growth. But I suspect our forecast does not do justice to your ambition. And as much as we'd like to get our forecast right, we would be happy to be surprised by the strength of investment and productivity. So how do we get more growth without inflation? The short answer is by investing in capital and in people, and by confronting our weaknesses and playing to our strengths. I believe an opportunity exists to build a bridge between the short-term changes Canadians have made to cope with COVID-19 and the sustained investments that will grow our economy and improve our quality of life. Let me expand. The pandemic has pulled forward digital investments. It's pulled forward the digital economy. With more firms and consumers using more digital infrastructure, related jobs have multiplied. These digital investments need to continue. The other element is investing in people. The public and the private sectors share this responsibility, and it's a strength for Canada. Our strong labor market participation rates, high levels of immigration, and the access to quality education in Canada are long-standing advantages for us. The pandemic presents an opportunity to build on these strengths. Remote work is one of the most visible changes wrought by the pandemic. It has created challenges for workers, families, and employers alike. But as new, more flexible work arrangements become embedded, we are expecting productivity gains. And the productivity of remote work will likely rise further as innovation continues. With sustained investment in technology that enables remote work and innovations in new ways of working, businesses can both raise their workers' productivity and expand their access to new workers who value flexibility. Throughout the pandemic, parents, particularly mothers, were affected disproportionately, and challenges of childcare disruptions remain. But in Canada, by the end of last year, the female labor market participation rate had returned to pre-pandemic levels. By this metric, the so-called she-cession has largely recovered. Businesses in Canada have an opportunity to lean into this bounce back in female participation and leverage new ways of working to attract more women. The Government of Canada's new universal childcare program has the potential to improve access and reduce the cost of daycare. ਪਰ ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਤਾਜ਼ੇ ਵਾਧੇ ਤੋਂ ਕਿਤੇ ਪਹਿਲਾਂ 2 ਦਹਾਕੇ ਤੋਂ ਵੱਧ ਸਮੇਂ ਤੋਂ ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਲਗਾਤਾਰ ਉੱਪਰ ਵੱਲ ਨੂੰ ਜਾ ਰਹੀਆਂ ਨੇ। ਕੈਨੇਡੀਅਨ ਰੀਅਲ ਏਸਟੇਟ ਐਸੋਸੀਏਸ਼ਨ ਦੇ ਅੰਕੜੇ ਸਾਲ 2000 ਤੋਂ ਬਾਅਦ ਘਰਾਂ ਦੀ ਵਿਕਰੀ ਵਿੱਚ 318% ਦਾ ਵਾਧਾ ਦਰਸਾਉਂਦੇ ਹਨ, ਜਿਸ ਦਾ ਮਤਲਬ ਹੈ ਕਿ ਅੱਜ ਦੀਆਂ ਅਸਮਾਨ ਛੂੰਹੀਆਂ ਕੀਮਤਾਂ ਦਾ ਆਧਾਰ ਕਈ ਸਾਲ ਪਹਿਲਾਂ ਤਿਆਰ ਹੋ ਚੁੱਕਿਆ ਸੀ। ਮਾਹਿਰਾਂ ਮੁਤਾਬਿਕ ਕੀਮਤਾਂ ਵਿੱਚ ਲਗਾਤਾਰ ਹੋ ਰਹੀ ਤੇਜ਼ੀ ਦੇ ਕਈ ਕਾਰਨ ਹਨ। ਨਵੇਂ ਘਰਾਂ ਦੀ ਉਸਾਰੀ ਵਿੱਚ ਕਮੀ ਸਭ ਤੋਂ ਮੁੱਖ ਕਾਰਨ ਹੈ। ਉਹਨਾਂ ਕਿਹਾ ਕਿ ਇਹ ਰੁਝਾਨ 1970ਵਿਆਂ ਦੇ ਵਿੱਚ ਸ਼ੁਰੂ ਹੋਇਆ ਸੀ ਅਤੇ ਕੈਨੇਡਾ ਦੇ ਵਿੱਚ G7 ਦੇਸ਼ਾਂ ਦੀ ਔਸਤ ਦੇ ਮੁਕਾਬਲੇ ਪ੍ਰਤੀ ਵਿਅਕਤੀ ਕਿਤੇ ਘੱਟ ਘਰ ਉਪਲਬਧ ਹਨ। ਹਾਊਸਿੰਗ ਮਾਰਕੀਟ ਦਾ ਵਿੱਤੀਕਰਨ ਮਹਿੰਗਾਈ ਦੇ ਨਾਲੋਂ ਵੱਡਾ ਹੈ।
ਉਹਨਾਂ ਕਿਹਾ ਕਿ ਮਹਿੰਗਾਈ ਘਟਾਉਣ ਦੀਆਂ ਕੋਸ਼ਿਸ਼ਾਂ ਨਾਲੋਂ ਨਿਵੇਸ਼ਕਾਂ ਅਤੇ ਡਿਵੈਲਪਰਸ ਲਈ ਟੈਕਸ ਨਿਯਮਾਂ ਵਿੱਚ ਤਬਦੀਲੀ ਘਰਾਂ ਦੀਆਂ ਕੀਮਤਾਂ ਘਟਾਉਣ ਵਿੱਚ ਜ਼ਿਆਦਾ ਅਸਰਦਾਰ ਉਪਾਅ ਸਾਬਤ ਹੋ ਸਕਦੀ ਹੈ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਆਪਣੀ ਮਹਿੰਗਾਈ ਗਣਨਾ ਦੇ ਤਰੀਕੇ ਵਿੱਚ ਘਰਾਂ ਦੀਆਂ ਕੀਮਤਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ, ਜੋ ਸਾਲ 2000 ਤੋਂ ਬਾਅਦ ਆਮ ਮਹਿੰਗਾਈ ਦਰ ਨਾਲੋਂ 6 ਗੁਣਾ ਵੱਧ ਦੱਸੀਆਂ ਗਈਆਂ ਨੇ। I guess with all the money printing deficits, they didn't have enough paper left to print these documents, Mr. Speaker. I want to thank the Minister of Inflation for her presentation today. It reveals that inflation is in fact 50% higher than she promised in the budget. Wow. And the deflation that she said we'd have a year ago has definitely not materialized. $500 billion of inflationary deficits mean more dollars chasing fewer goods and higher prices. The result, of course, is that housing and gas is up by a third, making it hard for people to get to work or house themselves. Food prices will rise $1,000 for the average family next year. And not to mention that taxes cost the average family more than food, clothing, and shelter combined. The more this government spends, the more Canadians pay. And to add insult to injury, we learned today that the government is collecting a windfall of tax revenue as they get higher taxes on higher prices. It's called the inflation tax, or as liberals would say, just inflation. So my question is a very specific one. How much in extra tax revenue will the government collect as a result of higher than expected inflation on the backs of Canadian consumers? The Honourable Deputy Prime Minister and Finance Minister. Mr. Speaker, that question actually was a very general and meandering one. So I'm going to offer a general and specific answer. And let me say this. Yes, the government did undertake extraordinary spending. A second, I'm going to interrupt the Honourable Minister. Is there a problem with... No, I'm sorry. Somebody was signaling that their earpiece wasn't working. I believe it's working now. Okay. I'm sorry to interrupt. Please continue, Madam Deputy Prime Minister. Thank you very much, Mr. Speaker. So let me be very clear. Yes, the government did undertake extraordinary spending to support Canadians during the fight against COVID-19. And Mr. Speaker, in this fiscal update, we are making provision for further spending in that fight. We are spending on therapeutics. We are spending on rapid tests. We are spending on boosters. And we are making a $4.5 billion provision to account for potential additional costs imposed by Omicron. Mr. Speaker, I am absolutely confident that the vast majority of Canadians understand that this spending is not only necessary, it is essential to protect health and also to protect our economy. And Mr. Speaker, the results speak for themselves. Our economy has already more than recovered all the jobs we lost to the COVID recession. GDP is nearly at pre-pandemic levels, and this is a better performance than most of our peer countries around the world. ਇੱਕ ਗੈਰ ਮੁਨਾਫਾ ਰਿਸਰਚ ਗਰੁੱਪ ਦਾ ਕਹਿਣਾ ਕਿ ਅਜਿਹਾ ਕਰਨ ਨਾਲ ਸਰਕਾਰ ਨੂੰ ਰਹਿਣ ਸਹਿਣ ਦੀ ਲਾਗਤ ਵਿੱਚ ਹੋਏ ਇਜ਼ਾਫੇ ਦੀ ਬਿਹਤਰ ਤਸਵੀਰ ਮਿਲ ਸਕੇਗੀ। ਗਰੁੱਪ ਦੇ ਦੁਆਰਾ ਪਿਛਲੇ ਮਹੀਨੇ ਜਾਰੀ ਕੀਤੀ ਇੱਕ ਰਿਪੋਰਟ ਵਿੱਚ ਸਟੈਟਿਸਟਿਕਸ ਕੈਨੇਡਾ ਨੂੰ ਇਸ ਦੀ ਸਮੀਖਿਆ ਕਰਨ ਦੇ ਲਈ ਕਿਹਾ ਗਿਆ ਕਿ ਏਜੰਸੀ ਮਹਿੰਗਾਈ ਸੰਖਿਆ ਵਿੱਚ ਘਰਾਂ ਦੀਆਂ ਕੀਮਤਾਂ ਕਿਵੇਂ ਜ਼ਾਹਿਰ ਕਰਦੀ ਹੈ। ਫਿਲਹਾਲ ਮਹਿੰਗਾਈ ਦੀ ਗਣਨਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ, ਜਿਸ ਵਿੱਚ ਕਿਰਾਇਆ ਤੇ ਮਾਰਗੇਜ ਖਰਚੇ ਸ਼ਾਮਲ ਹੁੰਦੇ ਹਨ। ਰਿਪੋਰਟ ਦਾ ਕਹਿਣਾ ਹੈ ਕਿ ਗਣਨਾ ਵਿੱਚ ਤਬਦੀਲੀ ਨੀਤੀ ਘਾੜਿਆਂ ਨੂੰ ਘਰਾਂ ਦੀਆਂ ਕੀਮਤਾਂ ਬਾਰੇ ਬਿਹਤਰ ਸਮਝ ਪ੍ਰਦਾਨ ਕਰੇਗੀ, ਜਿਸ ਦੇ ਨਾਲ ਕਿਫਾਇਤੀ ਘਰਾਂ ਦੇ ਲਈ ਇੱਕ ਢੁਕਵੀਂ ਨੀਤੀ ਬਣਾਉਣਾ ਆਸਾਨ ਹੋਵੇਗਾ। ਘਰਾਂ ਦੀ ਸਪਲਾਈ ਵਧਾਉਣਾ, ਟੈਕਸ ਨੀਤੀਆਂ 'ਚ ਸੁਧਾਰ, ਕਿਰਾਏਦਾਰਾਂ ਦੀ ਸੁਰੱਖਿਆ ਸਭ ਕੁਝ ਜ਼ਰੂਰੀ ਹੈ, ਪਰ ਸਾਡੀ ਮੁਦਰਾ ਨੀਤੀ ਨੂੰ ਪ੍ਰਭਾਵਿਤ ਕਰਨ ਵਾਲੀ ਮਹਿੰਗਾਈ ਬਾਰੇ ਸਹੀ ਜਾਣਕਾਰੀ ਯਕੀਨੀ ਬਣਾਉਣਾ ਵੀ ਉਨਾ ਹੀ ਜ਼ਰੂਰੀ ਹੈ। ਅਸੀਂ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੀ ਗੱਲ ਕਰ ਰਹੇ ਹਾਂ, CPI। ਇਸ ਦੇ ਅਨੁਸਾਰ 2019 ਦੇ ਅਖੀਰ ਵਿੱਚ ਕੈਨੇਡਾ ਵਿੱਚ ਮਹਿੰਗਾਈ ਦੀ ਸਮੁੱਚੀ ਦਰ 1.95 ਤੇ ਚੱਲ ਰਹੀ ਸੀ। ਅੰਦਾਜ਼ਾ ਲਗਾਓ ਕਿ ਇਹਨਾਂ 2-3 ਸਾਲਾਂ ਦੇ ਵਿੱਚ ਮਹਿੰਗਾਈ ਦਰ ਕਿੱਥੇ ਪਹੁੰਚ ਗਈ ਹੈ।
ਹੋਰ ਅੱਗੇ ਵਧਣ ਤੋਂ ਪਹਿਲਾਂ ਆਓ ਮਹਿੰਗਾਈ ਤੇ ਰਹਿਣ ਸਹਿਣ ਦੀ ਲਾਗਤ ਦੀ ਪਰਿਭਾਸ਼ਾ ਨੂੰ ਥੋੜਾ ਸਮਝ ਲੈਂਦੇ ਹਾਂ। ਬੈਂਕ ਆਫ ਕੈਨੇਡਾ ਅਨੁਸਾਰ ਸਮੇਂ ਦੇ ਨਾਲ ਵਸਤੂਆਂ ਤੇ ਸੇਵਾਵਾਂ ਦੀਆਂ ਕੀਮਤਾਂ ਦੇ ਔਸਤ ਪੱਧਰ ਵਿੱਚ ਲਗਾਤਾਰ ਵਾਧੇ ਵਜੋਂ ਮਹਿੰਗਾਈ ਨੂੰ ਪਰਿਭਾਸ਼ਿਤ ਕਰੀਦਾ। ਵਿਸ਼ਿਸ਼ਟ ਤੌਰ ਤੇ ਮਹਿੰਗਾਈ ਦੀ ਦਰ ਪਿਛਲੇ 12 ਮਹੀਨਿਆਂ ਵਿੱਚ ਵਸਤੂਆਂ ਦੀ ਕੀਮਤ ਵਿੱਚ ਵਾਧੇ ਦੁਆਰਾ ਮਾਪੀ ਜਾਂਦੀ ਹੈ। ਮਹਿੰਗਾਈ ਇੱਕ ਛੋਟਾ ਜਿਹਾ ਲਫ਼ਜ਼ ਹੈ, ਪਰ ਇਸ ਦੀ ਸੀਮਾ ਕਾਫੀ ਵਿਸ਼ਾਲ ਹੈ। ਜਿਵੇਂ ਕਿ ਵਸਤੂਆਂ ਤੇ ਸੇਵਾਵਾਂ ਦੀ ਕੀਮਤ ਵੱਧਦੀ ਹੈ, ਡਾਲਰ ਦੀ ਖਰੀਦ ਸ਼ਕਤੀ ਘਟਦੀ ਹੈ। ਸਧਾਰਨ ਸ਼ਬਦਾਂ ਦੇ ਵਿੱਚ ਗੱਲ ਕਰੀਏ, 1 ਗੈਲਨ ਦੁੱਧ ਜਿਸ ਦੀ ਕੀਮਤ ਇੱਕ ਵਾਰ ਮੰਨ ਲਓ $4.49 ਸੀ ਤੇ ਹੁਣ $5.69 ਇਸ ਦੀ ਕੀਮਤ ਹੋ ਗਈ ਹੈ। ਤੇ ਹੁਣ ਇਹ ਵੀ ਕਿਆਸ ਰਾਈਆਂ ਨੇ ਕਿ ਸ਼ਾਇਦ ਦੁੱਧ ਦੀਆਂ ਕੀਮਤਾਂ ਵੀ ਵੱਧ ਸਕਦੀਆਂ ਨੇ। ਰਹਿਣ ਸਹਿਣ ਦੀ ਲਾਗਤ ਕੀ ਹੈ? ਰਹਿਣ ਸਹਿਣ ਦੀ ਲਾਗਤ ਭੋਜਨ, ਰਿਹਾਇਸ਼, ਆਵਾਜਾਈ, ਟੈਕਸ ਤੇ ਸਿਹਤ ਸੰਭਾਲ ਸਮੇਤ ਜੀਵਨ ਦੇ ਪ੍ਰਵਾਨਿਤ ਮਿਆਰ ਦੀ ਔਸਤ ਲਾਗਤ ਨੂੰ ਦਰਸਾਉਂਦੀ ਹੈ। ਰਹਿਣ ਸਹਿਣ ਦੀ ਲਾਗਤ ਅਕਸਰ ਵੱਖ-ਵੱਖ ਸਥਾਨਾਂ ਵਿੱਚ ਘੱਟੋ-ਘੱਟ ਆਮਦਨੀ ਲੋੜਾਂ ਦੀ ਤੁਲਨਾ ਕਰਨ ਲਈ ਵਰਤੀ ਜਾਂਦੀ ਹੈ। ਉਦਾਹਰਨ ਦੇ ਲਈ, ਇੱਕ ਸ਼ਹਿਰ ਵਿੱਚ ਰਹਿਣ ਦੀ ਲਾਗਤ ਮੰਨ ਲਓ $5100 ਪ੍ਰਤੀ ਮਹੀਨਾ ਤੇ ਦੂਜੇ ਵਿੱਚ ਇਸ ਦੀ ਲਾਗਤ $6700 ਪ੍ਰਤੀ ਮਹੀਨਾ, ਜੋ ਕਿ 27% ਮਹਿੰਗਾ ਹੋ ਗਿਆ। ਹੁਣ ਅਗਸਤ 2021 ਵਿੱਚ ਮਹਿੰਗਾਈ ਦੀ ਦਰ 4.1% ਤੇ ਪਹੁੰਚ ਗਈ ਤੇ 13 ਸਾਲਾਂ ਤੋਂ ਵੱਧ ਸਮੇਂ ਵਿੱਚ ਸਭ ਤੋਂ ਵੱਡੇ ਸਾਲਾਨਾ ਵਾਧੇ ਵਜੋਂ ਦਰਜ ਕੀਤੀ ਗਈ। ਹੁਣ 2022 ਜਨਵਰੀ ਦੀ ਗੱਲ ਕਰੀਏ ਤਾਂ 5.1% ਤੇ ਵੱਧ ਗਈ ਹੈ, ਜੋ ਕਿ ਪਿਛਲੇ 30-31 ਸਾਲਾਂ ਦਾ ਰਿਕਾਰਡ ਤੋੜ ਗਈ ਹੈ। ਕੈਨੇਡਾ ਵਿੱਚ ਮਹਿੰਗਾਈ ਦਰ ਵੱਧ ਕੇ ਹੋਈ ਹੈ 5.1, ਜੋ ਕਿ ਬੈਂਕ ਆਫ ਕੈਨੇਡਾ ਦੇ ਮੁਤਾਬਿਕ, ਜੇ ਰਿਸਰਚਰਸ ਦੀ ਗੱਲ ਕਰੀਏ, ਖੋਜੀਆਂ ਦੀ ਗੱਲ ਕਰੀਏ, ਤਾਂ ਉਹਨਾਂ ਦੇ ਮੁਤਾਬਿਕ ਆਉਂਦੇ 1-2 ਮਹੀਨਿਆਂ ਤੱਕ ਇਹ 5% ਦੇ ਆਸ-ਪਾਸ ਰਹਿਣ ਦੀ ਗੱਲ ਕਹੀ ਜਾ ਰਹੀ ਹੈ। ਪਰ ਦੂਜੇ ਪਾਸੇ ਜੇ ਬੈਂਕ ਆਫ ਕੈਨੇਡਾ ਦੀ ਗੱਲ ਕਰੀਏ ਤਾਂ ਬੈਂਕ ਆਫ ਕੈਨੇਡਾ ਦੇ ਮਾਹਿਰ ਜਿਹੜੇ ਨੇ, ਪ੍ਰਧਾਨ ਜਿਹੜੇ ਨੇ, ਉਹ ਇਹ ਕਹਿ ਰਹੇ ਨੇ ਕਿ ਅਗਲੇ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਜਾਂ ਮਿਡ ਆਫ ਦਿਸ ਈਅਰ 5% ਦੇ ਆਸ-ਪਾਸ ਮਹਿੰਗਾਈ ਦਰ ਬਣੀ ਰਹੇਗੀ। If the economic contraction was unprecedented, so was the recovery that followed. As we can see in chart 1, and I hope that's showing, GDP bounced back sharply in the second half of 2020 when the initial surge in the number of COVID cases had passed. More recently, GDP actually surpassed its pre-pandemic level, and as this next chart shows, the recovery in employment was also quite impressive. We can see that robust job gains have brought employment back to where it was before the pandemic. A range of measures shows that with this recovery, overall slack in the Canadian economy has been fully absorbed. Indeed, we are seeing increasing signs of scarcity of labor as well as of some goods. Meanwhile, the next chart shows that inflation not only recovered from near zero, but is now well above the bank's 2% target. This surge in inflation has certainly been more persistent than anticipated. Part of it reflects a catch-up in prices after inflation dropped so far in 2020, as we can see here in panel B on the chart, the right-hand panel. It also reflects the impacts of both supply constraints and strong demand in global markets, especially for goods. And I'll talk more later on about some of the factors that went into that. We now expect that inflation will remain close to 5% for the first half of this year. So now that we've talked about our journey over the last 2 years, let's turn our attention to the policy response in those early days of the crisis. ਮਹਿੰਗਾਈ ਲਈ ਸਭ ਤੋਂ ਆਮ ਵਿਆਖਿਆ ਸਪਲਾਈ ਤੇ ਮੰਗ ਦੇ ਫ੍ਰੀ ਬਾਜ਼ਾਰ ਸਿਧਾਂਤ ਤੇ ਆਧਾਰਿਤ ਹੈ। ਇੱਕ ਮੁਫਤ ਤੇ ਖੁੱਲੇ ਬਾਜ਼ਾਰ ਵਿੱਚ, ਉਦਾਹਰਨ ਦੇ ਲਈ, ਜੇਕਰ ਕਾਰੋਬਾਰ ਦਾ ਮਾਲਕ $100 ਦੇ ਵਿੱਚ ਨਿਵੇਕਲੇ ਸਨੀਕਰ ਵੇਚਦਾ ਹੈ ਤੇ ਨਿਵੇਕਲੇ ਸਨੀਕਰਸ ਦੀ ਮੰਗ ਵੱਧ ਜਾਂਦੀ ਹੈ ਤੇ ਜੁੱਤੀਆਂ ਦੀ ਸਪਲਾਈ ਘੱਟ ਹੁੰਦੀ ਹੈ, ਤਾਂ ਮੰਗ ਦੇ ਸਿਧਾਂਤ ਪੁੱਲ ਦੇ ਅਨੁਸਾਰ ਕਾਰੋਬਾਰ ਦੇ ਮਾਲਕ ਨੂੰ ਕੀਮਤ ਵਿੱਚ ਵਾਧਾ ਕਰਨਾ ਚਾਹੀਦਾ ਤਾਂ ਕਿ ਸਨੀਕਰਸ ਨੂੰ $150 ਤੇ ਵੇਚਿਆ ਜਾਵੇ, ਕਿਉਂਕਿ ਕੁਝ ਵਸਤੂਆਂ ਪਿੱਛੇ ਬਹੁਤ ਜ਼ਿਆਦਾ ਪੈਸਾ ਹੈ। ਇਹ ਸਿਧਾਂਤ ਉਦੋਂ ਲਾਗੂ ਹੁੰਦਾ ਹੈ ਜਦੋਂ ਪੈਸੇ ਦਾ ਬਹੁਤ ਜ਼ਿਆਦਾ ਸੰਚਾਰ ਹੁੰਦਾ ਹੈ, ਨਕਦ ਤੇ ਕ੍ਰੈਡਿਟ ਦੋਵੇਂ ਤਰ੍ਹਾਂ ਦੇ ਨਾਲ। ਦੂਜਾ ਸਿਧਾਂਤ ਹੈ ਲਾਗਤ ਪੁਸ਼ ਹੈ, ਜੋ ਦੱਸਦਾ ਹੈ ਜਦੋਂ ਕੱਚੇ ਮਾਲ ਅਤੇ ਕਿਰਤ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ, ਵਸਤੂਆਂ ਤੇ ਸੇਵਾਵਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੁੰਦਾ। ਸੀ ਇਕਨੋਮਿਕਸ ਦੇ ਵਿੱਚ ਸਾਰਿਆਂ ਨੇ ਪੜ੍ਹਿਆ, ਸਾਰਿਆਂ ਨੂੰ ਪਤਾ। ਉਦਾਹਰਨ ਦੇ ਲਈ, ਜੇਕਰ ਕੋਈ ਕਾਰੋਬਾਰੀ $5 ਦੇ ਵਿੱਚ ਬਲੂਨ ਵੇਚਦਾ ਤੇ ਹੀਲੀਅਮ ਸਿਲੰਡਰ ਦੀ ਕੀਮਤ ਹੀ $10 ਹੈ, ਪਰ ਜੇਕਰ ਹੀਲੀਅਮ ਸਿਲੰਡਰ ਦੀ ਕੀਮਤ $20 ਤੱਕ ਵੱਧ ਜਾਂਦੀ ਹੈ ਤਾਂ ਕਾਰੋਬਾਰੀ ਮਾਲਕ ਨੂੰ ਬਲੂਨਸ ਦੀ ਵਿਕਰੀ ਕੀਮਤ $5 ਤੋਂ ਵਧਾ ਕੇ $10 ਤੱਕ ਵਧਾਉਣ ਦੇ ਲਈ ਦਬਾਅ ਪਾਇਆ ਜਾਂਦਾ ਹੈ।
ਸਰਕਾਰਾਂ ਸਰਕੂਲੇਸ਼ਨ ਦੇ ਵਿੱਚ ਪੈਸੇ ਦੀ ਮਾਤਰਾ ਨੂੰ ਕਿਵੇਂ ਵਧਾਉਂਦੀਆਂ, ਹੋਰ ਪੈਸੇ ਛਾਪਦੀਆਂ। ਇਹ ਪੈਸੇ ਦੀ ਸਪਲਾਈ ਨੂੰ ਵਧਾਉਣ ਦਾ ਸਿੱਧਾ ਤਰੀਕਾ ਹੈ। ਸਰਕਾਰਾਂ ਕਈ ਵਾਰ ਇਹ ਰਸਤਾ ਅਖਤਿਆਰ ਕਰਦੀਆਂ, ਬਸ ਹੋਰ ਬੈਂਕ ਨੋਟ ਛਾਪ ਸਕਦੀਆਂ ਨੇ ਅਤੇ ਉਹਨਾਂ ਨੂੰ ਆਰਥਿਕਤਾ ਦੇ ਵਿੱਚ ਸ਼ਾਮਿਲ ਕਰ ਸਕਦੀਆਂ ਨੇ, ਜਿਵੇਂ ਕਿ ਸਰਕਾਰ ਨੇ ਮਹਾਮਾਰੀ ਦੀ ਸ਼ੁਰੂਆਤ ਦੇ ਵਿੱਚ ਕੀਤਾ ਸੀ। ਵੱਧ ਰਿਹਾ ਸਰਕਾਰੀ ਕਰਜ਼ਾ, ਇਹ ਤਰੀਕਾ ਥੋੜਾ ਹੋਰ ਗੁੰਝਲਦਾਰ ਹੈ। ਇਸ ਲਈ ਅਸੀਂ ਤੁਹਾਨੂੰ ਸਾਰੇ ਵੇਰਵਿਆਂ ਤੋਂ ਹਟ ਕੇ ਸੰਖੇਪ 'ਚ ਦੱਸਦੇ ਹਾਂ ਕਿ ਸਰਕਾਰਾਂ ਸਰਕੂਲੇਸ਼ਨ ਵਿੱਚ ਪੈਸੇ ਦੀ ਸਪਲਾਈ ਵਿੱਚ ਵਾਧਾ ਕਰਨ ਦੇ ਲਈ ਹੋਰ ਵਿਦੇਸ਼ੀ ਪੈਸਾ ਉਧਾਰ ਲੈ ਕੇ ਸਰਕੂਲੇਸ਼ਨ ਵਿੱਚ ਪੈਸੇ ਦੀ ਮਾਤਰਾ ਵਧਾ ਸਕਦੀਆਂ। ਹੁਣ ਤੁਹਾਡੇ ਮਨਾਂ ਵਿੱਚ ਸਵਾਲ ਹੋਵੇਗਾ ਕਿ ਸਰਕਾਰਾਂ ਅਜਿਹਾ ਕਿਉਂ ਕਰਦੀਆਂ? ਸਰਕਾਰਾਂ ਕਈ ਕਾਰਨਾਂ ਕਰਕੇ ਸਰਕੂਲੇਸ਼ਨ ਵਿੱਚ ਪੈਸੇ ਦੀ ਸਪਲਾਈ ਵਧਾਉਂਦੀਆਂ, ਪਰ ਮੁੱਖ ਕਾਰਨ ਸਧਾਰਨ ਹੈ। ਆਰਥਿਕਤਾ ਨੂੰ ਉਤੇਜਿਤ ਕਰਨਾ, ਨੌਕਰੀਆਂ ਪੈਦਾ ਕਰਨਾ, ਆਪਣੀ ਭਵਿੱਖ ਦੀ ਖਰੀਦ ਸ਼ਕਤੀ ਤੇ ਮੁਨਾਫੇ ਨੂੰ ਮਹਿੰਗਾਈ ਤੋਂ ਕਿਵੇਂ ਬਚਾਉਣਾ। ਸਪਲਾਈ ਅਤੇ ਡਿਮਾਂਡ ਅਸੀਂ ਹਮੇਸ਼ਾ ਦੇਖੀ ਹੈ। ਡਿਮਾਂਡ ਵੱਧਦੀ ਹੈ ਤੇ ਸਪਲਾਈ ਘਟਦੀ ਹੈ ਤਾਂ ਮਹਿੰਗਾਈ ਵੱਧ ਜਾਂਦੀ। ਬਹੁਤ ਸਾਰੇ ਲੋਕ ਜਦੋਂ ਆਰਥਿਕਤਾ ਦੇ ਵਿੱਚ ਬਦਲਾਅ ਦੇਖਦੇ ਆ, ਉਹ ਨਹੀਂ ਜਾਣਦੇ ਕਿ ਫੰਡਾਂ ਨਾਲ ਕਿਵੇਂ ਨਜਿੱਠਣਾ ਹੈ, ਉਹਨਾਂ ਨੂੰ ਕਿਵੇਂ ਨਿਵੇਸ਼ ਕਰਨਾ ਹੈ ਜਾਂ ਕਿਵੇਂ ਖਰੀਦਣਾ ਹੈ। ਸਰਕਾਰਾਂ ਦੇ ਵੀ ਫਰਜ਼ ਹੈ ਕਿ ਸਪਲਾਈ ਅਤੇ ਡਿਮਾਂਡ ਦਾ ਪਾੜਾ ਘਟਾਇਆ ਜਾਵੇ। ਤੇ ਹੁਣ ਦੀ ਮਹਿੰਗਾਈ ਦਾ ਸਿਰਾ ਕੋਵਿਡ ਨੂੰ ਜਾ ਰਿਹਾ। ਹੁਣ ਕੋਵਿਡ ਕਰਕੇ ਕਿਹਾ ਜਾ ਰਿਹਾ, ਵਿਰੋਧੀ ਧਿਰਾਂ ਲਿਬਰਲ ਦੀਆਂ ਨੀਤੀਆਂ ਨੂੰ ਕਹਿ ਰਹੀਆਂ ਨੇ। ਹੁਣ ਇਲਜ਼ਾਮ ਤਾਂ ਲਗਾਏ ਜਾ ਰਹੇ ਨੇ, ਹੁਣ ਦੇਖਣਾ ਬਣਦਾ ਹੈ ਕਿ ਆਮ ਹਾਲਾਤ ਬਣਦੇ ਆ ਜਾਂ ਨਹੀਂ, ਜਾਂ ਫਿਰ ਕਦੋਂ ਤੱਕ ਇਹ ਮਹਿੰਗਾਈ ਇਸੇ ਤਰ੍ਹਾਂ ਰਿਕਾਰਡ ਤੋੜਦੀ ਰਹੇਗੀ। ਪਿਛਲੇ ਮਹੀਨੇ ਜਦੋਂ ਮੈਂ ਇਸੇ ਮਹਿੰਗਾਈ ਦੇ ਉੱਤੇ ਹਾਈ ਮਹਿੰਗਾਈ ਟਾਈਟਲ ਦੇ ਹੇਠ ਤੁਹਾਡੇ ਤੱਕ ਇਹ ਪੇਸ਼ਕਸ਼ ਕੀਤੀ ਸੀ, ਇਸ ਦੇ ਅਕੋਰਡਿੰਗ 9 ਸਾਲ 13 ਸਾਲ ਦਾ ਰਿਕਾਰਡ ਟੁੱਟਿਆ ਸੀ ਤੇ ਹੁਣ 31 ਸਾਲ ਦਾ ਰਿਕਾਰਡ, 30 ਸਾਲ ਦਾ ਰਿਕਾਰਡ ਕਿਹਾ ਜਾ ਰਿਹਾ। ਹੁਣ ਇਹ ਰਿਕਾਰਡ ਟੁੱਟਦੇ ਰਹਿਣਗੇ ਜਾਂ ਲੋਕਾਂ ਨੂੰ ਵੀ ਸੁੱਖ ਦਾ ਸਾਹ ਆਏਗਾ? ਇਹ ਸਰਕਾਰਾਂ ਤੱਕ ਸਵਾਲ ਹੈ ਕਿ ਸਰਕਾਰਾਂ ਮਹਿੰਗਾਈ ਨੂੰ ਠੱਲ ਪਾਉਣ ਦੇ ਲਈ ਕੀ ਕਰ ਰਹੀਆਂ ਨੇ, ਕਿਉਂਕਿ ਲੋਕਾਂ ਦੀਆਂ ਆਮਦਨਾਂ ਵੇਜਸ ਓਨੀਆਂ ਨੇ, ਪਰ ਜੇ ਦੂਜੇ ਪਾਸੇ ਮਹਿੰਗਾਈ ਦੇਖੀਏ ਤਾਂ ਮਹਿੰਗਾਈ ਉਨੀ ਵੱਧ ਰਹੀ ਹੈ ਕਿ ਵੇਜਸ ਵੀ ਵਧਣਗੀਆਂ। ਸਰਕਾਰਾਂ ਕੀ ਕਰ ਰਹੀਆਂ ਨੇ, ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਲਈ ਕੀ ਕਰ ਰਹੀਆਂ ਨੇ। ਉਧਰ ਦੂਜੇ ਪਾਸੇ ਇਮੀਗ੍ਰੇਸ਼ਨ ਨੀਤੀਆਂ ਲਾਈਆਂ ਜਾ ਰਹੀਆਂ ਨੇ। ਹਾਲਾਂਕਿ ਕੈਨੇਡੀਅਨ ਲੋਕ ਇੱਥੇ ਬੈਠੇ ਮਹਿੰਗਾਈ ਵਿੱਚ ਜੀ ਰਹੇ ਨੇ। ਜੇ ਹੋਰ ਲੋਕ ਆਉਂਦੇ ਨੇ, ਜੇ ਟੂਰਿਜ਼ਮ ਵੱਧਦਾ, ਸ਼ਾਇਦ ਹੋ ਸਕਦਾ ਇਕਨੋਮੀ ਰੈਲੀ ਹੋ ਜਾਵੇ। ਮੇਰੇ ਕਹਿਣ ਦੇ ਮੁਤਾਬਿਕ ਸ਼ਾਇਦ ਇਕਨੋਮੀ ਫੇਰ ਪਹਿਲਾਂ ਵਾਂਗ 2019 ਤੇ ਆ ਜਾਵੇ, ਜਦੋਂ 2019 ਦੇ ਵਿੱਚ ਲਗਭਗ 2% ਦੇ 1.9 ਦੇ ਕਰੀਬ ਮਹਿੰਗਾਈ ਦਰ ਸੀ। ਅਸੀਂ ਆਸ ਕਰਦੇ ਹਾਂ ਕਿ ਮਹਿੰਗਾਈ ਦਰ ਘਟੇ ਤੇ ਲੋਕਾਂ ਦੀ ਜ਼ਿੰਦਗੀ ਆਸਾਨ ਹੋਵੇ, ਪਰ ਸਰਕਾਰਾਂ ਕੀ ਕਦਮ ਚੁੱਕਦੀਆਂ ਨੇ, ਇਸ ਬਾਰੇ ਤੁਹਾਡੇ ਤੱਕ ਇਨਫੋਰਮੇਸ਼ਨ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।